अध्याय 22 ਵਿਆਹ ਭੋਜ ਦੀ ਰੂਪ ਕਥਾ। ਯੀਸ਼ੂ ਨੇ ਲੋਕਾਂ ਨੂੰ ਫਿਰ ਰੂਪ ਕਥਾਵਾਂ ਦੁਆਰਾ ਕਹਿਣਾ ਸ਼ੁਰੂ ਕੀਤਾ। ਸਵਰਗ ਦਾ ਰਾਜ ਇੱਕ ਰਾਜਾ ਦੇ ਵਰਗਾ ਹੈ ਜਿਸ ਨੇ ਆਪਣੇ ਪੁੱਤਰ ਦੇ ਵਿਆਹ ਦੀ ਖੁਸ਼ੀ ਵਿੱਚ ਇੱਕ ਭੋਜ ਦਿੱਤਾ। ਉਸਨੇ ਆਪਣੇ ਨੌਕਰਾਂ ਨੂੰ ਵਿਆਹ ਭੋਜ ਵਿੱਚ ਸੱਦਦਿਆਂ ਹੋਇਆਂ ਉਸ ਨੂੰ ਸੱਦਾ ਦੇਣ ਦੇ ਲਈ ਘੱਲਿਆ, ਪਰ ਉਹਨਾਂ ਆਉਣ ਤੋਂ ਇਨਕਾਰ ਕੀਤਾ। ਇਸ ਲਈ ਉਸਨੇ ਕੁਝ ਹੋਰ ਨੌਕਰਾਂ ਨੂੰ ਇਹ ਕਹਿ ਕੇ ਸੱਦਿਆ ਹੋਇਆ ਪ੍ਰਾਹੁਣਿਆਂ ਲਈ ਘੱਲਿਆ, ਉਹਨਾਂ ਨੂੰ ਕਹੋ ਮੇਰਾ ਭੋਜ ਤਿਆਰ ਹੈ, ਮੇਰੇ ਪਲੇ ਅਤੇ ਮੋਟੇ ਜਾਨਵਰ ਕੱਟੇ ਜਾ ਚੁੱਕੇ ਹਨ ਅਤੇ ਬਾਕੀ ਸਭ ਕੁਝ ਵੀ ਤਿਆਰ ਹੈ, ਇਸ ਲਈ ਵਿਆਹ ਭੋਜ ਦੇ ਲਈ ਆਓ। ਪਰ ਸੱਦਿਆ ਹੋਇਆ ਪ੍ਰਾਹੁਣਿਆਂ ਨੇ ਉਹਨਾਂ ਵੱਲ ਕੋਈ ਧਿਆਨ ਨਾ ਦਿੱਤਾ ਅਤੇ ਬਾਹਰ ਚਲੇ ਗਏ, ਇੱਕ ਆਪਣੇ ਖੇਤ ਨੂੰ, ਦੂਜਾ ਦੁਕਾਨ ਨੂੰ। ਬਾਕੀਆਂ ਨੇ ਉਸਦੇ ਨੌਕਰਾਂ ਨੂੰ ਫੜ ਕੇ ਉਹਨਾਂ ਨੂੰ ਬੇਇੱਜ਼ਤ ਕੀਤਾ ਅਤੇ ਮਾਰ ਦਿੱਤਾ। ਰਾਜਾ ਇਸ ਤੇ ਬਹੁਤ ਗੁੱਸੇ ਹੋਇਆ, ਇਸ ਲਈ ਉਸਨੇ ਆਪਣੀ ਸੈਨਾ ਘੱਲ ਕੇ ਉਹਨਾਂ ਕਾਤਲਾਂ ਦਾ ਨਾਸ਼ ਕਰ ਦਿੱਤਾ ਅਤੇ ਸ਼ਹਿਰ ਨੂੰ ਅੱਗ ਲਾ ਦਿੱਤੀ। ਫਿਰ ਉਸਨੇ ਆਪਣੇ ਨੌਕਰਾਂ ਨੂੰ ਕਿਹਾ, ਮੇਰਾ ਵਿਆਹ ਭੋਜ ਤਾਂ ਤਿਆਰ ਹੈ, ਪਰ ਸੱਦੇ ਹੋਏ ਪ੍ਰਾਹੁਣੇ ਇਸ ਦੇ ਯੋਗ ਨਹੀਂ ਸਨ। ਇਸ ਲਈ ਤੁਸੀਂ ਸ਼ਹਿਰ ਦੇ ਚੁਰਾਹਿਆਂ ਤੇ ਜਾਓ ਅਤੇ ਭੋਜ ਦੇ ਲਈ ਜਿੰਨੇ ਵੀ ਤੁਹਾਨੂੰ ਮਿਲਣ ਸੱਦ ਲਿਆਓ। ਨੌਕਰ ਸੜਕਾਂ ਤੇ ਗਏ ਅਤੇ ਸਭ ਨੂੰ ਜੋ ਉਹਨਾਂ ਨੂੰ ਮਿਲੇ ਅਰਥਾਤ ਚੰਗੇ ਮੰਦਿਆਂ ਨੂੰ ਸੱਦ ਲਿਆਏ, ਇੱਥੋਂ ਤੱਕ ਕਿ ਭੋਜ ਘਰ ਭਰ ਗਿਆ। ਫਿਰ ਰਾਜਾ ਪ੍ਰਾਹੁਣਿਆਂ ਨੂੰ ਮਿਲਣ ਦੇ ਲਈ ਆਇਆ। ਉੱਥੇ ਉਸਨੇ ਇੱਕ ਆਦਮੀ ਨੂੰ ਦੇਖਿਆ ਜਿਸ ਨੇ ਵਿਆਹ ਵਾਲੇ ਕੱਪੜੇ ਨਹੀਂ ਪਾਏ ਹੋਏ ਸਨ। ਰਾਜਾ ਨੇ ਉਸ ਆਦਮੀ ਨੂੰ ਪੁੱਛਿਆ, ਮਿੱਤਰ, ਤੂੰ ਇੱਥੇ ਬਿਨਾਂ ਵਿਆਹ ਵਾਲੇ ਕੱਪੜਿਆਂ ਵਿੱਚ ਕਿਸ ਤਰ੍ਹਾਂ ਆ ਗਿਆ ਹੈ? ਪਰ ਉਸ ਆਦਮੀ ਨੇ ਕੋਈ ਉੱਤਰ ਨਾ ਦਿੱਤਾ। ਇਸ ਲਈ ਰਾਜਾ ਨੇ ਸੇਵਕਾਂ ਨੂੰ ਕਿਹਾ, ਇਸ ਤੇ ਹੱਥ ਪੈਰ ਬੰਨੋ ਅਤੇ ਬਾਹਰ ਹਨੇਰੇ ਵਿੱਚ ਸੁੱਟ ਦਿਓ, ਉੱਥੇ ਰੋਣਾ ਅਤੇ ਦੰਦਾਂ ਦਾ ਪੀਣਾ ਹੋਵੇਗਾ। ਯੀਸ਼ੂ ਨੇ ਅੰਤ ਵਿੱਚ ਕਿਹਾ, ਸੱਦੇ ਹੋਏ ਤਾਂ ਬਹੁਤ ਹਨ, ਪਰ ਚੁਣੇ ਹੋਏ ਥੋੜੇ ਹੀ ਹਨ। ਟੈਕਸ ਸੰਬੰਧੀ ਪ੍ਰਸ਼ਨ। ਸੋ ਫਰੀਸੀ ਗਏ ਅਤੇ ਮਿਲ ਕੇ ਸਲਾਹ ਕੀਤੀ ਕਿ ਕਿਸ ਤਰ੍ਹਾਂ ਯੀਸ਼ੂ ਨੂੰ ਸ਼ਬਦਾਂ ਦੇ ਹੇਰ ਫੇਰ ਵਿੱਚ ਫਸਾਇਆ ਜਾਵੇ। ਇਸ ਦੇ ਲਈ ਉਹਨਾਂ ਨੇ ਕੁਝ ਆਪਣੇ ਸਾਥੀਆਂ ਨੂੰ ਹੇਰੋਦੇਸ ਦੇ ਦਲ ਦੇ ਲੋਕਾਂ ਨਾਲ ਯੀਸ਼ੂ ਕੋਲ ਘੱਲਿਆ। ਉਹਨਾਂ ਨੇ ਯੀਸ਼ੂ ਤੋਂ ਪੁੱਛਿਆ, ਗੁਰੂ ਜੀ, ਅਸੀਂ ਜਾਣਦੇ ਹਾਂ ਕਿ ਤੁਸੀਂ ਸੱਚੇ ਹੋ, ਤੁਸੀਂ ਕਿਸੇ ਦਾ ਮੂੰਹ ਦੇਖ ਕੇ ਕੋਈ ਗੱਲ ਨਹੀਂ ਕਹਿੰਦੇ ਹੋ, ਸਗੋਂ ਸੱਚਾਈ ਨਾਲ ਪਰਮੇਸ਼ਰ ਦੇ ਮਾਰਗ ਬਾਰੇ ਲੋਕਾਂ ਨੂੰ ਸਿੱਖਿਆ ਦਿੰਦੇ ਹੋ। ਇਸ ਲਈ ਸਾਨੂੰ ਦੱਸੋ, ਤੁਹਾਡਾ ਕੀ ਵਿਚਾਰ ਹੈ? ਕੀ ਕੈਸਰ ਅਰਥਾਤ ਸਮਰਾਟ ਨੂੰ ਟੈਕਸ ਦੇਣਾ ਠੀਕ ਹੈ ਜਾਂ ਨਹੀਂ? ਯੀਸ਼ੂ ਨੇ ਉਹਨਾਂ ਦੇ ਦਿਲਾਂ ਦੀ ਮੱਕਾਰੀ ਨੂੰ ਜਾਣਦੇ ਹੋਏ ਉਹਨਾਂ ਨੂੰ ਕਿਹਾ, ਹੇ ਧੋਖੇਬਾਜ਼ੋ, ਤੁਸੀਂ ਮੈਨੂੰ ਕਿਉਂ ਪਰਖ ਰਹੇ ਹੋ? ਮੈਨੂੰ ਇੱਕ ਉਹ ਸਿੱਕਾ ਦਿਖਾਓ ਜੋ ਤੁਸੀਂ ਟੈਕਸ ਦੇ ਲਈ ਦਿੰਦੇ ਹੋ। ਉਹ ਇੱਕ ਸਿੱਕਾ ਯੀਸ਼ੂ ਕੋਲ ਲੈ ਕੇ ਆਏ। ਫਿਰ ਯੀਸ਼ੂ ਨੇ ਉਹਨਾਂ ਤੋਂ ਪੁੱਛਿਆ, ਇਸ ਉੱਤੇ ਕਿਸ ਦਾ ਚਿੱਤਰ ਅਤੇ ਲਿਖਿਤ ਹੈ? ਉਹਨਾਂ ਨੇ ਉੱਤਰ ਦਿੱਤਾ, ਕੈਸਰ ਦਾ। ਯੀਸ਼ੂ ਨੇ ਉਹਨਾਂ ਨੂੰ ਕਿਹਾ, ਜੋ ਕੈਸਰ ਦਾ ਹੈ ਕੈਸਰ ਨੂੰ ਦਿਓ, ਅਤੇ ਜੋ ਪਰਮੇਸ਼ਰ ਦਾ ਹੈ ਪਰਮੇਸ਼ਰ ਨੂੰ ਦਿਓ। ਜਦੋਂ ਉਹਨਾਂ ਨੇ ਯੀਸ਼ੂ ਦਾ ਇਹ ਉੱਤਰ ਸੁਣਿਆ ਤਾਂ ਉਹ ਹੈਰਾਨ ਰਹਿ ਗਏ ਅਤੇ ਯੀਸ਼ੂ ਨੂੰ ਛੱਡ ਕੇ ਉੱਥੋਂ ਚਲੇ ਗਏ। ਪੁਨਰ ਉਥਾਨ ਸੰਬੰਧੀ ਪ੍ਰਸ਼ਨ। ਉਸੇ ਦਿਨ ਕੁਝ ਸਦੂਕੀ ਲੋਕ ਯੀਸ਼ੂ ਕੋਲ ਆਏ। ਸਦੂਕੀ ਪੁਨਰ ਉਥਾਨ ਵਿੱਚ ਵਿਸ਼ਵਾਸ ਨਹੀਂ ਰੱਖਦੇ ਹਨ। ਉਹਨਾਂ ਨੇ ਯੀਸ਼ੂ ਨੂੰ ਕਿਹਾ, ਗੁਰੂ ਜੀ, ਮੂਸਾ ਨੇ ਕਿਹਾ ਹੈ, ਜੇਕਰ ਕੋਈ ਆਦਮੀ ਬੇਔਲਾਦ ਮਰ ਜਾਵੇ ਤਾਂ ਉਸ ਦਾ ਭਰਾ ਉਸ ਆਦਮੀ ਦੀ ਵਿਧਵਾ ਨਾਲ ਵਿਆਹ ਕਰੇ ਅਤੇ ਉਹ ਆਪਣੇ ਭਰਾ ਲਈ ਸੰਤਾਨ ਪੈਦਾ ਕਰੇ। ਪਰ ਸਾਡੇ ਇੱਥੇ ਭਰਾ ਰਹਿੰਦੇ ਹਨ। ਸਭ ਤੋਂ ਵੱਡੇ ਨੇ ਵਿਆਹ ਕੀਤਾ, ਪਰ ਉਹ ਬੇਔਲਾਦ ਹੀ ਰਿਹਾ ਅਤੇ ਮਰ ਗਿਆ। ਉਹ ਆਪਣੀ ਵਿਧਵਾ ਆਪਣੇ ਭਰਾ ਦੇ ਲਈ ਛੱਡ ਗਿਆ। ਇਹੋ ਹਾਲ ਦੂਜੇ ਅਤੇ ਤੀਜੇ ਭਰਾ ਦਾ ਹੋਇਆ। ਅੰਤ 7 ਇਸੇ ਤਰ੍ਹਾਂ ਮਰ ਗਏ। ਇਹਨਾਂ ਸਾਰਿਆਂ ਦੇ ਪਿੱਛੋਂ ਉਹ ਔਰਤ ਵੀ ਮਰ ਗਈ। ਹੁਣ ਜਦੋਂ ਸਾਰੇ ਮੁਰਦੇ ਜੀ ਉੱਠਣਗੇ, ਉਹ ਔਰਤ ਕਿਸ ਦੀ ਪਤਨੀ ਹੋਵੇਗੀ? ਕਿਉਂਕਿ ਸਭਨਾਂ ਨੇ ਉਹਨਾਂ ਨਾਲ ਵਿਆਹ ਕੀਤਾ ਸੀ। ਯੀਸ਼ੂ ਨੇ ਉੱਤਰ ਦਿੱਤਾ, ਤੁਸੀਂ ਕਿੰਨੀ ਭੁੱਲ ਕਰ ਰਹੇ ਹੋ। ਇਹ ਇਸ ਲਈ ਕਿ ਨਾ ਤਾਂ ਤੁਸੀਂ ਗ੍ਰੰਥਾਂ ਨੂੰ ਜਾਣਦੇ ਹੋ ਅਤੇ ਨਾ ਹੀ ਪਰਮੇਸ਼ਰ ਦੀ ਸ਼ਕਤੀ ਨੂੰ। ਕਿਉਂਕਿ ਪੁਨਰ ਉਥਾਨ ਦੇ ਸਮੇਂ ਆਦਮੀਆਂ ਅਤੇ ਔਰਤਾਂ ਵਿੱਚ ਵਿਆਹ ਨਹੀਂ ਹੁੰਦਾ, ਸਗੋਂ ਉਹ ਸਵਰਗ ਦੂਤਾਂ ਵਰਗੇ ਹੁੰਦੇ ਹਨ। ਰਹੀ ਮੁਰਦਿਆਂ ਦੀ ਜੀ ਉੱਠਣ ਦੀ ਗੱਲ, ਕੀ ਤੁਸੀਂ ਕਦੇ ਪੜ੍ਹਿਆ ਨਹੀਂ ਹੈ ਪਰਮੇਸ਼ਰ ਨੇ ਤੁਹਾਨੂੰ ਕੀ ਕਿਹਾ ਸੀ? ਮੈਂ ਅਬਰਾਹਮ ਦਾ ਪਰਮੇਸ਼ਰ, ਇਸਹਾਕ ਦਾ ਪਰਮੇਸ਼ਰ ਅਤੇ ਯਾਕੂਬ ਦਾ ਪਰਮੇਸ਼ਰ ਹਾਂ। ਇਸ ਲਈ ਉਹ ਮੁਰਦਿਆਂ ਦਾ ਪਰਮੇਸ਼ਰ ਨਹੀਂ, ਸਗੋਂ ਜਿਉਂਦਿਆਂ ਦਾ ਹੈ। ਜਦੋਂ ਭੀੜ ਦੇ ਲੋਕਾਂ ਨੇ ਇਹ ਸੁਣਿਆ ਤਾਂ ਉਹ ਸਭ ਯੀਸ਼ੂ ਦੀ ਸਿੱਖਿਆ ਤੋਂ ਹੈਰਾਨ ਰਹਿ ਗਏ।
ਸਾਰਿਆਂ ਤੋਂ ਵੱਡੀ ਆਗਿਆ। ਜਦੋਂ ਫਰੀਸੀਆਂ ਨੂੰ ਪਤਾ ਲੱਗਾ ਕਿ ਯੀਸ਼ੂ ਨੇ ਸਦੂਕੀਆਂ ਨੂੰ ਚੁੱਪ ਕਰਾ ਦਿੱਤਾ ਹੈ ਤਾਂ ਉਹ ਵੀ ਇਕੱਠੇ ਹੋ ਕੇ ਉਹਨਾਂ ਕੋਲ ਆਏ। ਉਹਨਾਂ ਵਿੱਚੋਂ ਇੱਕ ਨੇ, ਜੋ ਧਰਮ ਗ੍ਰੰਥੀ ਸੀ, ਇਸ ਪ੍ਰਸ਼ਨ ਦੁਆਰਾ ਯੀਸ਼ੂ ਨੂੰ ਪਰਖਣਾ ਚਾਹਿਆ, ਗੁਰੂ ਜੀ, ਸਭ ਤੋਂ ਵੱਡੀ ਆਗਿਆ ਕਿਹੜੀ ਹੈ? ਯੀਸ਼ੂ ਨੇ ਉਸ ਨੂੰ ਉੱਤਰ ਦਿੱਤਾ, ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਆਪਣੇ ਸਾਰੇ ਦਿਲ, ਸਾਰੇ ਪ੍ਰਾਣ ਅਤੇ ਸਾਰੀ ਬੁੱਧ ਨਾਲ ਪਿਆਰ ਕਰ। ਇਹ ਸਭ ਤੋਂ ਵੱਡੀ ਅਤੇ ਜ਼ਰੂਰੀ ਆਗਿਆ ਹੈ। ਦੂਜੀ ਆਗਿਆ, ਜੋ ਇਸੇ ਤਰ੍ਹਾਂ ਜ਼ਰੂਰੀ ਹੈ, ਤੂੰ ਆਪਣੇ ਗੁਆਂਢੀ ਨੂੰ ਆਪਣੇ ਬਰਾਬਰ ਪਿਆਰ ਕਰ। ਮੂਸਾ ਦਾ ਸਾਰਾ ਨੇਮ ਸ਼ਾਸਤਰ ਅਤੇ ਨਬੀਆਂ ਦੀਆਂ ਸਾਰੀਆਂ ਸਿੱਖਿਆਵਾਂ ਇਹਨਾਂ ਦੋਹਾਂ ਆਗਿਆਵਾਂ ਤੇ ਆਧਾਰਿਤ ਹਨ। ਮਸੀਹ ਸੰਬੰਧੀ ਪ੍ਰਸ਼ਨ। ਜਦੋਂ ਫਰੀਸੀ ਇਕੱਠੇ ਹੋਏ ਤਾਂ ਯੀਸ਼ੂ ਨੇ ਉਹਨਾਂ ਤੋਂ ਪੁੱਛਿਆ, ਤੁਸੀਂ ਮਸੀਹ ਦੇ ਬਾਰੇ ਕੀ ਸੋਚਦੇ ਹੋ? ਉਹ ਕਿਸ ਦਾ ਪੁੱਤਰ ਹੈ? ਉਹਨਾਂ ਨੇ ਉੱਤਰ ਦਿੱਤਾ, ਦਾਊਦ ਦਾ। ਪਰ ਯੀਸ਼ੂ ਨੇ ਉਹਨਾਂ ਨੂੰ ਕਿਹਾ, ਫਿਰ ਦਾਊਦ ਨੇ ਆਤਮਾ ਦੀ ਪ੍ਰੇਰਣਾ ਨਾਲ ਉਸ ਨੂੰ ਪ੍ਰਭੂ ਕਿਉਂ ਕਿਹਾ? ਉਸ ਦੇ ਸ਼ਬਦ ਹਨ, ਪ੍ਰਭੂ ਨੇ ਮੇਰੇ ਪ੍ਰਭੂ ਨੂੰ ਕਿਹਾ, ਤੂੰ ਮੇਰੇ ਸੱਜੇ ਹੱਥ ਬੈਠ, ਜਦੋਂ ਤੱਕ ਕਿ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰ ਦੀ ਚੌਕੀ ਨਾ ਬਣਾ ਦੇਵਾਂ। ਇਸ ਲਈ ਜੇਕਰ ਦਾਊਦ ਨੇ ਆਪ ਉਸ ਨੂੰ ਪ੍ਰਭੂ ਕਿਹਾ ਤਾਂ ਫਿਰ ਉਹ ਉਸ ਦਾ ਪੁੱਤਰ ਕਿਸ ਤਰ੍ਹਾਂ ਹੋਇਆ? ਉੱਥੇ ਕੋਈ ਵੀ ਉਹਨਾਂ ਦੀ ਇਸ ਗੱਲ ਦਾ ਉੱਤਰ ਨਾ ਦੇ ਸਕਿਆ ਅਤੇ ਨਾ ਹੀ ਉਸ ਦਿਨ ਤੋਂ ਕਿਸੇ ਨੇ ਉਹਨਾਂ ਤੋਂ ਕੋਈ ਪ੍ਰਸ਼ਨ ਪੁੱਛਣ ਦਾ ਹਿਆ ਕੀਤਾ। ਅਧਿਆਇ 23ਵਾਂ। ਧਰਮ ਗ੍ਰੰਥੀਆਂ ਅਤੇ ਫਰੀਸੀਆਂ ਸੰਬੰਧੀ ਚੇਤਾਵਨੀ। ਫਿਰ ਯੀਸ਼ੂ ਨੇ ਭੀੜ ਅਤੇ ਆਪਣੇ ਚੇਲਿਆਂ ਨੂੰ ਕਿਹਾ, ਧਰਮ ਗ੍ਰੰਥੀ ਅਤੇ ਫਰੀਸੀ ਮੂਸਾ ਦੀ ਗੱਦੀ ਤੇ ਬੈਠੇ ਹੋਏ ਹਨ। ਇਸ ਲਈ ਜੋ ਕੁਝ ਵੀ ਉਹ ਤੁਹਾਨੂੰ ਦੱਸਣ, ਤੁਸੀਂ ਜ਼ਰੂਰ ਉਸ ਨੂੰ ਮੰਨੋ ਅਤੇ ਕਰੋ, ਪਰ ਉਹਨਾਂ ਵਰਗੇ ਕੰਮ ਨਾ ਕਰੋ, ਕਿਉਂਕਿ ਉਹ ਕਹਿੰਦੇ ਕੁਝ ਨੇ ਪਰ ਕਰਦੇ ਕੁਝ ਹੋਰ ਨੇ। ਉਹ ਵੱਡਾ ਭਾਰ ਬੰਨ੍ਹ ਕੇ ਲੋਕਾਂ ਦੇ ਮੋਢਿਆਂ ਉੱਤੇ ਰੱਖਦੇ ਹਨ, ਪਰ ਆਪ ਉਸੇ ਭਾਰ ਨੂੰ ਦੂਜੀ ਥਾਂ ਤੇ ਲੈ ਜਾਣ ਦੇ ਲਈ ਆਪਣੀ ਉਂਗਲੀ ਤੱਕ ਦਾ ਸਹਾਰਾ ਵੀ ਨਹੀਂ ਦੇਣਾ ਚਾਹੁੰਦੇ। ਉਹ ਸਭ ਕੰਮ ਲੋਕਾਂ ਨੂੰ ਦਿਖਾਉਣ ਦੇ ਲਈ ਕਰਦੇ ਹਨ। ਉਹ ਆਪਣੇ ਤਵੀਤਾਂ ਨੂੰ ਚੌੜਾ ਬਣਾਉਂਦੇ ਅਤੇ ਚੋਗਿਆਂ ਦੀ ਝਾਲਰਾਂ ਨੂੰ ਲੰਬਾ ਰੱਖਦੇ ਹਨ। ਉਹ ਉਤਸਵਾਂ ਵਿੱਚ ਪ੍ਰਮੁੱਖ ਥਾਵਾਂ ਅਤੇ ਸਭਾਵਾਂ ਵਿੱਚ ਅਗਲੀਆਂ ਕੁਰਸੀਆਂ ਉੱਤੇ ਬੈਠਣਾ ਪਸੰਦ ਕਰਦੇ ਹਨ। ਉਹ ਬਾਜ਼ਾਰਾਂ ਵਿੱਚ ਨਮਸਕਾਰਾਂ ਲੈਣੀਆਂ ਅਤੇ ਲੋਕਾਂ ਕੋਲੋਂ ਗੁਰੂ ਅਖਵਾਉਣਾ ਪਸੰਦ ਕਰਦੇ ਹਨ। ਪਰ ਤੁਸੀਂ ਕਿਸੇ ਕੋਲੋਂ ਗੁਰੂ ਨਾ ਅਖਵਾਉਣਾ, ਕਿਉਂਕਿ ਤੁਸੀਂ ਸਭੇ ਭਰਾ ਹੋ ਅਤੇ ਤੁਹਾਡਾ ਇੱਕ ਹੀ ਗੁਰੂ ਹੈ। ਇਸੇ ਤਰ੍ਹਾਂ ਤੁਸੀਂ ਇਸ ਧਰਤੀ ਤੇ ਕਿਸੇ ਨੂੰ ਆਪਣਾ ਪਿਤਾ ਨਾ ਕਹਿਣਾ, ਕਿਉਂਕਿ ਤੁਹਾਡਾ ਇੱਕ ਹੀ ਪਿਤਾ ਹੈ ਜੋ ਸਵਰਗ ਵਿੱਚ ਹੈ। ਨਾ ਹੀ ਤੁਹਾਨੂੰ ਕੋਈ ਰਾਹਬਰ ਕਹੇ, ਕਿਉਂਕਿ ਤੁਹਾਡਾ ਇੱਕ ਹੀ ਰਾਹਬਰ ਹੈ, ਅਰਥਾਤ ਮਸੀਹ। ਤੁਹਾਡੇ ਵਿੱਚੋਂ ਜੋ ਸਭ ਤੋਂ ਵੱਡਾ ਹੈ, ਉਹ ਸਭ ਦਾ ਸੇਵਾਦਾਰ ਬਣੇ, ਕਿਉਂਕਿ ਜੋ ਆਪਣੇ ਆਪ ਨੂੰ ਉੱਚਾ ਕਰੇਗਾ ਉਹ ਨੀਵਾਂ ਕੀਤਾ ਜਾਵੇਗਾ, ਅਤੇ ਜੋ ਆਪਣੇ ਆਪ ਨੂੰ ਨੀਵਾਂ ਕਰੇਗਾ ਉਹ ਉੱਚਾ ਕੀਤਾ ਜਾਵੇਗਾ। ਪ੍ਰਭੂ ਯੀਸ਼ੂ ਉਹਨਾਂ ਨੂੰ ਝਾੜਦੇ ਹਨ, ਹੇ ਪਖੰਡੀ ਧਰਮ ਗ੍ਰੰਥੀਓ ਅਤੇ ਫਰੀਸੀਓ, ਅਫਸੋਸ ਹੈ ਤੁਹਾਡੇ ਉੱਤੇ, ਤੁਸੀਂ ਸਵਰਗ ਦੇ ਰਾਜ ਦਾ ਦਰਵਾਜ਼ਾ ਲੋਕਾਂ ਲਈ ਬੰਦ ਕਰਦੇ ਹੋ। ਤੁਸੀਂ ਨਾ ਤਾਂ ਆਪ ਅੰਦਰ ਜਾਂਦੇ ਹੋ ਅਤੇ ਨਾ ਹੀ ਉਹਨਾਂ ਲੋਕਾਂ ਨੂੰ ਅੰਦਰ ਜਾਣ ਦਿੰਦੇ ਹੋ ਜੋ ਅੰਦਰ ਜਾਣ ਦੀ ਕੋਸ਼ਿਸ਼ ਕਰਦੇ ਹਨ। ਹੇ ਪਖੰਡੀ ਧਰਮ ਗ੍ਰੰਥੀਓ ਅਤੇ ਫਰੀਸੀਓ, ਅਫਸੋਸ ਹੈ ਤੁਹਾਡੇ ਉੱਤੇ, ਤੁਸੀਂ ਵਿਧਵਾਵਾਂ ਦੇ ਘਰਾਂ ਨੂੰ ਹੜੱਪ ਕਰ ਜਾਂਦੇ ਹੋ ਅਤੇ ਦਿਖਾਵੇ ਲਈ ਲੰਮੀਆਂ ਪ੍ਰਾਰਥਨਾਵਾਂ ਕਰਦੇ ਹੋ। ਇਸੇ ਕਾਰਨ ਤੁਹਾਨੂੰ ਕਠੋਰ ਸਜ਼ਾ ਮਿਲੇਗੀ। ਹੇ ਪਖੰਡੀ ਧਰਮ ਗ੍ਰੰਥੀਓ ਅਤੇ ਫਰੀਸੀਓ, ਅਫਸੋਸ ਹੈ ਤੁਹਾਡੇ ਉੱਤੇ, ਤੁਸੀਂ ਇੱਕ ਆਦਮੀ ਨੂੰ ਆਪਣੇ ਧਰਮ ਵਿੱਚ ਲਿਆਉਣ ਲਈ ਜਲ ਥਲ ਇੱਕ ਕਰ ਦਿੰਦੇ ਹੋ, ਅਤੇ ਜਦੋਂ ਉਹ ਆ ਜਾਂਦਾ ਹੈ ਤਾਂ ਤੁਸੀਂ ਉਸ ਨੂੰ ਆਪਣੇ ਨਾਲੋਂ ਵੀ ਜ਼ਿਆਦਾ ਨਰਕ ਕੁੰਡ ਦਾ ਭਾਗੀ ਬਣਾਉਂਦੇ ਹੋ। ਹੇ ਅੰਨੇ ਰਾਹਬਰੋ, ਅਫਸੋਸ ਹੈ ਤੁਹਾਡੇ ਉੱਤੇ, ਤੁਸੀਂ ਸਿੱਖਿਆ ਦਿੰਦੇ ਹੋ, ਜੇਕਰ ਕੋਈ ਆਦਮੀ ਮੰਦਰ ਦੀ ਸਹੁੰ ਖਾਂਦਾ ਹੈ ਤਾਂ ਕੋਈ ਗੱਲ ਨਹੀਂ, ਪਰ ਜੇਕਰ ਉਹ ਮੰਦਰ ਦੇ ਸੋਨੇ ਦੀ ਸਹੁੰ ਖਾਂਦਾ ਹੈ ਤਾਂ ਉਹ ਉਸ ਨੂੰ ਲੱਗਦੀ ਹੈ। ਹੇ ਮੂਰਖੋ ਅਤੇ ਅੰਨਿਓ, ਕੀ ਵੱਡਾ ਹੈ, ਸੋਨਾ ਜਾਂ ਮੰਦਰ, ਜੋ ਸੋਨੇ ਦੀ ਪਵਿੱਤਰਤਾ ਦਾ ਕਾਰਨ ਹੈ? ਇਸ ਤਰ੍ਹਾਂ ਜੇਕਰ ਕੋਈ ਵੇਦੀ ਦੀ ਸਹੁੰ ਖਾਂਦਾ ਹੈ ਤਾਂ ਕੋਈ ਗੱਲ ਨਹੀਂ, ਪਰ ਜੇਕਰ ਉਹ ਵੇਦੀ ਉਤਲੇ ਚੜਾਵੇ ਦੀ ਸਹੁੰ ਖਾਂਦਾ ਹੈ ਤਾਂ ਉਹ ਉਸ ਨੂੰ ਲੱਗਦੀ ਹੈ। ਤੁਸੀਂ ਕਿੰਨੇ ਅੰਨੇ ਹੋ, ਕੀ ਵੱਡਾ ਹੈ, ਚੜਾਵਾ ਜਾਂ ਵੇਦੀ, ਜੋ ਚੜਾਵੇ ਦੀ ਪਵਿੱਤਰਤਾ ਦਾ ਕਾਰਨ ਹੈ? ਜਦੋਂ ਕੋਈ ਵੇਦੀ ਦੀ ਸਹੁੰ ਖਾਂਦਾ ਹੈ
ਉਹ ਇਸ ਦੀ ਅਤੇ ਉਸ ਸਭ ਦੀ ਸਹੁੰ ਖਾਂਦਾ ਹੈ ਜੋ ਵੇਦੀ ਦੇ ਉੱਤੇ ਹੈ। ਇਸੇ ਤਰ੍ਹਾਂ ਜੋ ਕੋਈ ਮੰਦਰ ਦੀ ਸਹੁੰ ਖਾਂਦਾ ਹੈ ਉਹ ਇਸ ਦੀ ਅਤੇ ਪਰਮੇਸ਼ਰ ਦੀ ਜੋ ਇਸ ਦੇ ਵਿੱਚ ਵਾਸ ਕਰਦਾ ਹੈ ਸਹੁੰ ਖਾਂਦਾ ਹੈ। ਫਿਰ ਜੋ ਕੋਈ ਸਵਰਗ ਦੀ ਸਹੁੰ ਖਾਂਦਾ ਹੈ ਉਹ ਪਰਮੇਸ਼ਰ ਦੇ ਸਿੰਘਾਸਣ ਦੀ ਅਤੇ ਜੋ ਉਸ ਉੱਤੇ ਬੈਠਾ ਹੈ ਉਸ ਦੀ ਸਹੁੰ ਖਾਂਦਾ ਹੈ। ਹੇ ਪਖੰਡੀ ਧਰਮ ਗ੍ਰੰਥੀਓ ਅਤੇ ਫਰੀਸੀਓ, ਅਫਸੋਸ ਹੈ ਤੁਹਾਡੇ ਉੱਤੇ। ਪਰਮੇਸ਼ਰ ਦੇ ਅੱਗੇ ਚੜਾਵੇ ਦੇ ਤੌਰ ਤੇ ਹਰ ਪ੍ਰਕਾਰ ਦੀਆਂ ਹਰੀਆਂ ਸਬਜ਼ੀਆਂ ਅਰਥਾਤ ਪੂਦਨਾ, ਸੌਂਫ ਅਤੇ ਜੀਰੇ ਦਾ 10ਵਾਂ ਹਿੱਸਾ ਚੜਾਉਂਦੇ ਹੋ, ਪਰ ਤੁਸੀਂ ਨੇਮ ਸ਼ਾਸਤਰ ਦੀਆਂ ਅਸਲੀ ਸਿੱਖਿਆਵਾਂ ਅਰਥਾਤ ਨਿਆਂ, ਦਇਆ ਅਤੇ ਵਿਸ਼ਵਾਸ ਦੀ ਉਲੰਘਣਾ ਕਰਦੇ ਹੋ। ਚੰਗਾ ਹੁੰਦਾ ਕਿ ਤੁਸੀਂ ਪਰਮੇਸ਼ਰ ਨੂੰ 10ਵਾਂ ਹਿੱਸਾ ਵੀ ਦਿੰਦੇ ਅਤੇ ਉਸ ਦੇ ਨਿਆਂ, ਦਇਆ ਅਤੇ ਵਿਸ਼ਵਾਸ ਦੀ ਉਲੰਘਣਾ ਵੀ ਨਾ ਕਰਦੇ। ਅੰਨੇ ਰਾਬਰੋ, ਤੁਸੀਂ ਮੱਛਰ ਨੂੰ ਤਾਂ ਛੱਡ ਦਿੰਦੇ ਹੋ ਪਰ ਉੱਠ ਨੂੰ ਹੜਪ ਕਰ ਜਾਂਦੇ ਹੋ। ਹੇ ਪਖੰਡੀ ਧਰਮ ਗ੍ਰੰਥੀਓ ਅਤੇ ਫਰੀਸੀਓ, ਅਫਸੋਸ ਹੈ ਤੁਹਾਡੇ ਉੱਤੇ। ਤੁਸੀਂ ਪਿਆਲੇ ਅਤੇ ਥਾਲੀ ਨੂੰ ਬਾਹਰੋਂ ਤਾਂ ਚੰਗੀ ਤਰ੍ਹਾਂ ਮਾਂਜਦੇ ਹੋ, ਪਰ ਅੰਦਰੋਂ ਤੁਸੀਂ ਲਾਲਚ ਅਤੇ ਬੇਈਮਾਨੀ ਨਾਲ ਭਰੇ ਹੋਏ ਹੋ। ਅੰਨੇ ਫਰੀਸੀਓ, ਪਹਿਲੇ ਪਿਆਲੇ ਨੂੰ ਅੰਦਰੋਂ ਸਾਫ਼ ਤਾਂ ਕਰੋ, ਤਾਂ ਬਾਹਰੋਂ ਵੀ ਸਾਫ਼ ਹੋ ਜਾਵੇਗਾ। ਹੇ ਪਖੰਡੀ ਧਰਮ ਗ੍ਰੰਥੀਓ ਅਤੇ ਫਰੀਸੀਓ, ਅਫਸੋਸ ਹੈ ਤੁਹਾਡੇ ਉੱਤੇ। ਤੁਸੀਂ ਚੂਨਾ ਫਿਰੀਆਂ ਕਬਰਾਂ ਦੀ ਤਰ੍ਹਾਂ ਹੋ ਜੋ ਬਾਹਰੋਂ ਸੁੰਦਰ ਦਿਖਾਈ ਦਿੰਦੀਆਂ ਹਨ, ਪਰ ਉਹਨਾਂ ਦੇ ਅੰਦਰ ਮੁਰਦਿਆਂ ਦੀਆਂ ਹੱਡੀਆਂ ਹਨ ਅਤੇ ਸਭ ਤਰ੍ਹਾਂ ਦੀ ਗੰਦਗੀ ਭਰੀ ਹੋਈ ਹੈ। ਇਸ ਤਰ੍ਹਾਂ ਬਾਹਰੀ ਤੌਰ ਤੇ ਤਾਂ ਤੁਸੀਂ ਹਰ ਇੱਕ ਨੂੰ ਧਰਮੀ ਲੱਗਦੇ ਹੋ, ਪਰ ਤੁਹਾਡੇ ਅੰਦਰ ਝੂਠ ਅਤੇ ਅਧਰਮ ਭਰਿਆ ਹੋਇਆ ਹੈ। ਪ੍ਰਭੂ ਯੀਸ਼ੂ ਉਹਨਾਂ ਦੀ ਸਜ਼ਾ ਬਾਰੇ ਦੱਸਦੇ ਹਨ। ਹੇ ਪਖੰਡੀ ਧਰਮ ਗ੍ਰੰਥੀਓ ਅਤੇ ਫਰੀਸੀਓ, ਅਫਸੋਸ ਹੈ ਤੁਹਾਡੇ ਉੱਤੇ। ਤੁਸੀਂ ਨਬੀਆਂ ਦੀਆਂ ਯਾਦਗਾਰਾਂ, ਕਬਰਾਂ ਅਤੇ ਸੰਤਾਂ ਦੀਆਂ ਯਾਦਗਾਰਾਂ ਨੂੰ ਬਣਾਉਂਦੇ ਅਤੇ ਸਜਾਉਂਦੇ ਹੋ। ਫਿਰ ਤੁਸੀਂ ਕਹਿੰਦੇ ਹੋ, ਜੇਕਰ ਅਸੀਂ ਆਪਣੇ ਪੁਰਖਿਆਂ ਦੇ ਸਮੇਂ ਹੁੰਦੇ ਤਾਂ ਅਸੀਂ ਉਹਨਾਂ ਵਾਲੇ ਕੰਮ ਨਾ ਕਰਦੇ, ਅਰਥਾਤ ਨਬੀਆਂ ਨੂੰ ਕਤਲ ਨਾ ਕਰਦੇ। ਇਸ ਤਰ੍ਹਾਂ ਤੁਸੀਂ ਆਪਣੇ ਵਿਰੁੱਧ ਆਪ ਗਵਾਹੀ ਦਿੰਦੇ ਹੋ ਕਿ ਤੁਸੀਂ ਨਬੀਆਂ ਦੇ ਕਾਤਲਾਂ ਦੀ ਸੰਤਾਨ ਹੋ। ਇਸ ਲਈ ਤੁਸੀਂ ਉਸ ਪਾਪ ਦਾ ਟੋਕਰਾ ਭਰਦੇ ਹੋ ਜੋ ਤੁਹਾਡੇ ਪੁਰਖਿਆਂ ਨੇ ਭਰਨਾ ਸ਼ੁਰੂ ਕੀਤਾ ਸੀ। ਹੇ ਸਪੋਲਿਓ ਅਰਥਾਤ ਸੱਪਾਂ ਦੇ ਬੱਚਿਓ, ਤੁਸੀਂ ਨਰਕ ਕੁੰਡ ਦੀ ਸਜ਼ਾ ਤੋਂ ਕਿਵੇਂ ਬਚੋਗੇ? ਇਸ ਲਈ ਸੁਣੋ, ਮੈਂ ਤੁਹਾਡੇ ਕੋਲ ਨਬੀਆਂ, ਗਿਆਨੀਆਂ ਅਤੇ ਧਰਮ ਗ੍ਰੰਥੀਆਂ ਨੂੰ ਘੱਲਦਾ ਹਾਂ। ਉਹਨਾਂ ਵਿੱਚੋਂ ਕੁਝ ਨੂੰ ਤੁਸੀਂ ਆਪਣੀ ਸਭਾਵਾਂ ਵਿੱਚ ਕੋਰੜੇ ਮਾਰੋਗੇ ਅਤੇ ਕੁਝ ਨੂੰ ਸਲੀਬ ਚੜਾਵੋਗੇ ਅਤੇ ਕੁਝ ਦਾ ਪਿੱਛਾ ਤੁਸੀਂ ਨਗਰ ਨਗਰ ਵਿੱਚ ਕਰੋਗੇ। ਉਹਨਾਂ ਵਿੱਚੋਂ ਕੁਝ ਨੂੰ ਕਤਲ ਕਰੋਗੇ। ਇਸ ਤਰ੍ਹਾਂ ਸਭ ਲੋਕਾਂ ਦਾ ਖੂਨ ਜਿੰਨਿਆਂ ਦਾ ਇਸ ਧਰਤੀ ਤੇ ਵਹਾਇਆ ਗਿਆ ਹੈ ਤੁਹਾਡੇ ਸਿਰ ਮੜਿਆ ਜਾਵੇਗਾ, ਅਰਥਾਤ ਨੇਕ ਹਾਬਿਲ ਦੇ ਖੂਨ ਤੋਂ ਲੈ ਕੇ ਬਰਕਯਾ ਦੇ ਪੁੱਤਰ ਜ਼ਕਰਿਆ ਦੇ ਖੂਨ ਤੱਕ, ਜਿਨ੍ਹਾਂ ਨੂੰ ਤੁਸੀਂ ਵੇਦੀ ਅਤੇ ਮੰਦਰ ਵਿਚਕਾਰ ਕਤਲ ਕੀਤਾ ਸੀ। ਇਹ ਸੱਚ ਜਾਣੋ, ਇਹਨਾਂ ਸਭ ਦਾ ਬਦਲਾ ਇਸ ਪੀੜ੍ਹੀ ਦੇ ਲੋਕਾਂ ਤੋਂ ਲਿਆ ਜਾਵੇਗਾ। ਪ੍ਰਭੂ ਯੀਸ਼ੂ ਦਾ ਯਰੂਸ਼ਲਮ ਸ਼ਹਿਰ ਲਈ ਵਿਰਲਾਪ। ਹੇ ਯਰੂਸ਼ਲਮ, ਹੇ ਯਰੂਸ਼ਲਮ, ਤੂੰ ਨਬੀਆਂ ਨੂੰ ਕਤਲ ਕਰਦਾ ਹੈ। ਤੂੰ ਪਰਮੇਸ਼ਰ ਦੇ ਘੱਲਿਆਂ ਹੋਇਆਂ ਨੂੰ ਪੱਥਰਾਂ ਨਾਲ ਮਾਰ ਦਿੰਦਾ ਹੈ। ਕਿੰਨੀ ਵਾਰ ਮੈਂ ਚਾਹਿਆ ਕਿ ਜਿਸ ਤਰ੍ਹਾਂ ਕੁਕੜੀ ਆਪਣੇ ਬੱਚਿਆਂ ਨੂੰ ਆਪਣੇ ਪੈਰਾਂ ਹੇਠਾਂ ਇਕੱਠੀ ਕਰਦੀ ਹੈ, ਉਸੇ ਤਰ੍ਹਾਂ ਮੈਂ ਵੀ ਤੇਰੇ ਬੱਚਿਆਂ ਨੂੰ ਇਕੱਠੇ ਕਰਾਂ, ਪਰ ਤੂੰ ਮੈਨੂੰ ਇਸ ਤਰ੍ਹਾਂ ਨਹੀਂ ਕਰਨ ਦਿੱਤਾ। ਇਸ ਲਈ ਹੁਣ ਤੇਰਾ ਘਰ ਤੇਰੇ ਲਈ ਵੈਰਾਨ ਕਰ ਦਿੱਤਾ ਜਾਵੇਗਾ। ਮੈਂ ਤੈਨੂੰ ਦੱਸਦਾ ਹਾਂ, ਹੁਣ ਤੁਸੀਂ ਮੈਨੂੰ ਉਸ ਸਮੇਂ ਤੱਕ ਨਹੀਂ ਦੇਖੋਗੇ ਜਦੋਂ ਤੱਕ ਕਿ ਤੁਸੀਂ ਇਸ ਤਰ੍ਹਾਂ ਨਾ ਕਹੋ, ਪ੍ਰਭੂ ਦੇ ਨਾਂ ਉੱਤੇ ਆਉਣ ਵਾਲੇ ਨੂੰ ਪਰਮੇਸ਼ਰ ਅਸੀਸ ਦੇਵੇ। ਅਧਿਆਇ 24ਵਾਂ ਮੰਦਰ ਦੀ ਬਰਬਾਦੀ ਬਾਰੇ ਅੰਗਮੀ ਵਾਕ। ਜਦੋਂ ਯੀਸ਼ੂ ਮੰਦਰ ਤੋਂ ਨਿਕਲ ਕੇ ਜਾ ਰਹੇ ਸਨ ਤਾਂ ਉਹਨਾਂ ਦੇ ਚੇਲੇ ਉਹਨਾਂ ਦੇ ਕੋਲ ਆਏ ਕਿ ਉਹਨਾਂ ਨੂੰ ਮੰਦਰ ਦੀਆਂ ਇਮਾਰਤਾਂ ਦਿਖਾਉਣ। ਪਰ ਯੀਸ਼ੂ ਨੇ ਉਹਨਾਂ ਨੂੰ ਕਿਹਾ, ਕੀ ਤੁਸੀਂ ਇਹ ਸਭ ਕੁਝ ਦੇਖ ਰਹੇ ਹੋ? ਹਾਂ, ਪਰ ਇੱਥੇ ਪੱਥਰ ਉੱਤੇ ਪੱਥਰ ਨਹੀਂ ਰਹਿ ਜਾਵੇਗਾ ਜੋ ਬਰਬਾਦ ਨਾ ਕੀਤਾ ਜਾਵੇਗਾ। ਦੁੱਖ ਅਤੇ ਤਸੀਹੇ। ਫਿਰ ਜਦੋਂ ਯੀਸ਼ੂ ਜੈਤੂਨ ਦੇ ਪਹਾੜ ਤੇ ਬੈਠੇ ਹੋਏ ਸਨ ਤਾਂ ਚੇਲੇ ਉਹਨਾਂ ਕੋਲ ਇਕਾਂਤ ਵਿੱਚ ਆਏ ਅਤੇ ਪੁੱਛਣ ਲੱਗੇ, ਸਾਨੂੰ ਦੱਸੋ, ਇਹ ਸਭ ਗੱਲਾਂ ਕਦੋਂ ਹੋਣਗੀਆਂ? ਤੁਹਾਡਾ ਦੂਜੀ ਵਾਰ ਆਉਣ ਦਾ ਅਤੇ ਇਸ ਯੁੱਗ ਦੇ ਅੰਤ ਦਾ ਕੀ ਨਿਸ਼ਾਨ ਹੋਵੇਗਾ? ਯੀਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ, ਸਾਵਧਾਨ ਰਹਿਣਾ, ਤੁਹਾਨੂੰ ਕੋਈ ਕੁਰਾਹੇ ਨਾ ਪਾ ਦੇਵੇ।
ਬਹੁਤ ਸਾਰੇ ਲੋਕੀ ਮੇਰੇ ਨਾਂ ਤੇ ਆਉਣਗੇ ਅਤੇ ਕਹਿਣਗੇ ਮੈਂ ਮਸੀਹ ਹਾਂ। ਉਹ ਬਹੁਤਿਆਂ ਨੂੰ ਕੁਰਾਹੇ ਪਾ ਦੇਣਗੇ। ਤੁਸੀਂ ਲੜਾਈਆਂ ਦੀਆਂ ਅਫਵਾਹਾਂ ਦੂਰੋਂ ਅਤੇ ਨੇੜਿਓਂ ਸੁਣੋਗੇ, ਪਰ ਸਾਵਧਾਨ, ਘਬਰਾਉਣਾ ਨਹੀਂ, ਕਿਉਂਕਿ ਇਹੋ ਜਿਹੀਆਂ ਗੱਲਾਂ ਦਾ ਹੋਣਾ ਜ਼ਰੂਰੀ ਹੈ, ਪਰ ਅੰਤ ਅਜੇ ਦੂਰ ਹੈ। ਕੌਮ ਕੌਮ ਦੇ ਵਿਰੁੱਧ ਖੜੀ ਹੋ ਜਾਵੇਗੀ ਅਤੇ ਰਾਜ ਰਾਜ ਉੱਤੇ ਚੜ੍ਹਾਈ ਕਰੇਗਾ। ਕਈ ਥਾਂ ਭੁਚਾਲ ਆਉਣਗੇ ਅਤੇ ਅਕਾਲ ਪੈਣਗੇ। ਇਹ ਸਭ ਗੱਲਾਂ ਤਾਂ ਦੁੱਖਾਂ ਦਾ ਸ਼ੁਰੂ ਹੀ ਹੋਣਗੀਆਂ। ਉਸ ਸਮੇਂ ਲੋਕੀ ਤੁਹਾਨੂੰ ਘੋਰ ਪੀੜਾਂ ਦੇ ਲਈ ਸੌਂਪ ਦੇਣਗੇ ਅਤੇ ਕਤਲ ਕਰ ਦੇਣਗੇ। ਸਭ ਕੌਮਾਂ ਤੁਹਾਨੂੰ ਮੇਰੇ ਨਾਂ ਦੇ ਕਾਰਨ ਘਿਰਣਾ ਕਰਨਗੀਆਂ। ਬਹੁਤ ਸਾਰੇ ਆਪਣੇ ਵਿਸ਼ਵਾਸ ਤੋਂ ਫਿਰ ਜਾਣਗੇ, ਇੱਕ ਦੂਜੇ ਨਾਲ ਵਿਸ਼ਵਾਸਘਾਤ ਕਰਨਗੇ ਅਤੇ ਇੱਕ ਦੂਜੇ ਨੂੰ ਘਿਰਣਾ ਕਰਨਗੇ। ਬਹੁਤ ਸਾਰੇ ਝੂਠੇ ਨਬੀ ਪੈਦਾ ਹੋਣਗੇ ਅਤੇ ਬਹੁਤਿਆਂ ਲੋਕਾਂ ਨੂੰ ਕੁਰਾਹੇ ਪਾ ਦੇਣਗੇ। ਬੇਨੇਮੀ ਇੱਥੋਂ ਤੱਕ ਵੱਧ ਜਾਵੇਗੀ ਕਿ ਬਹੁਤਿਆਂ ਦਾ ਪਿਆਰ ਠੰਡਾ ਪੈ ਜਾਵੇਗਾ। ਪਰ ਜੋ ਅੰਤ ਤੱਕ ਆਪਣੇ ਵਿਸ਼ਵਾਸ ਤੇ ਪੱਕਾ ਰਹੇਗਾ, ਉਹ ਬਚਾਇਆ ਜਾਵੇਗਾ। ਪਰਮੇਸ਼ਰ ਦੇ ਰਾਜ ਦੇ ਸ਼ੁਭ ਸਮਾਚਾਰ ਦਾ ਪ੍ਰਚਾਰ ਸਭ ਮਾਨਵ ਜਾਤੀਆਂ ਦੇ ਸਾਹਮਣੇ ਗਵਾਹੀ ਦੇ ਤੌਰ ਤੇ ਸਾਰੇ ਸੰਸਾਰ ਵਿੱਚ ਕੀਤਾ ਜਾਵੇਗਾ ਅਤੇ ਅੰਤ ਆ ਜਾਵੇਗਾ। ਇੱਕ ਵੱਡੀ ਵਿਪਤਾ। ਜਦੋਂ ਤੁਸੀਂ ਬਰਬਾਦੀ ਕਰਨ ਵਾਲੀ ਘਿਣਾਉਣੀ ਚੀਜ਼ ਨੂੰ, ਜਿਸ ਬਾਰੇ ਦਾਨੀਏਲ ਨਬੀ ਨੇ ਅੰਗਮੀ ਵਾਕ ਕੀਤਾ ਸੀ, ਪਵਿੱਤਰ ਥਾਂ ਵਿੱਚ ਖੜਿਆ ਦੇਖੋ, ਪੜਨ ਵਾਲਾ ਆਪ ਸਮਝ ਜਾਵੇ, ਤਾਂ ਉਸ ਸਮੇਂ ਜਿਹੜੇ ਯਹੂਦੀਆਂ ਵਿੱਚ ਹੋਣ ਉਹ ਪਹਾੜਾਂ ਵੱਲ ਦੌੜ ਜਾਣ। ਜੋ ਮਨੁੱਖ ਘਰ ਦੀ ਛੱਤ ਉੱਤੇ ਹੋਵੇ, ਉਹ ਹੇਠਾਂ ਘਰ ਦੇ ਅੰਦਰੋਂ ਕੋਈ ਆਪਣੀ ਚੀਜ਼ ਲੈਣ ਨਾ ਉਤਰੇ। ਇਸੇ ਤਰ੍ਹਾਂ ਜੋ ਮਨੁੱਖ ਖੇਤ ਵਿੱਚ ਹੋਵੇ, ਵਾਪਸੀ ਆਪਣਾ ਕੱਪੜਾ ਲੈਣ ਨਾ ਜਾਵੇ। ਅਫਸੋਸ ਹੈ ਉਹਨਾਂ ਉੱਤੇ ਜੋ ਉਹਨਾਂ ਦਿਨਾਂ ਵਿੱਚ ਗਰਭਵਤੀ ਹੋਣਗੀਆਂ ਅਤੇ ਉਹ ਜਿਨ੍ਹਾਂ ਦੇ ਕੁੱਛੜ ਛੋਟੇ ਬੱਚੇ ਹੋਣਗੇ। ਪਰਮੇਸ਼ਰ ਅੱਗੇ ਪ੍ਰਾਰਥਨਾ ਕਰੋ ਕਿ ਤੁਹਾਨੂੰ ਮਿਸਾਲ ਦੀ ਰੁੱਤੇ ਜਾਂ ਸਬਤ ਦੇ ਦਿਨ ਨਾ ਦੌੜਨਾ ਪਵੇ। ਉਹਨਾਂ ਦਿਨਾਂ ਵਿੱਚ ਬਹੁਤ ਭਿਅੰਕਰ ਵਿਪਤਾ ਆਵੇਗੀ ਜੋ ਸੰਸਾਰ ਦੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਨਾ ਆਈ ਅਤੇ ਨਾ ਹੀ ਆਵੇਗੀ। ਇੱਥੋਂ ਤੱਕ ਕਿ ਜੇਕਰ ਪਰਮੇਸ਼ਰ ਨੇ ਇਹਨਾਂ ਦਿਨਾਂ ਨੂੰ ਘੱਟ ਨਾ ਕੀਤਾ ਹੁੰਦਾ ਤਾਂ ਕੋਈ ਆਦਮੀ ਵੀ ਨਾ ਬਚਦਾ, ਪਰ ਆਪਣੇ ਚੁਣਿਆ ਹੋਇਆਂ ਦੇ ਕਾਰਨ ਪਰਮੇਸ਼ਰ ਇਹਨਾਂ ਨੂੰ ਘੱਟ ਕਰੇਗਾ। ਫਿਰ ਉਸ ਵੇਲੇ ਜੇਕਰ ਕੋਈ ਤੁਹਾਨੂੰ ਕਹੇ, ਦੇਖੋ ਮਸੀਹ ਇੱਥੇ ਹੈ ਜਾਂ ਉੱਥੇ ਹੈ, ਵਿਸ਼ਵਾਸ ਨਾ ਕਰਨਾ। ਝੂਠੇ ਮਸੀਹ ਅਤੇ ਝੂਠੇ ਨਬੀ ਖੜੇ ਹੋਣਗੇ ਅਤੇ ਉਹ ਕਈ ਵੱਡੇ ਵੱਡੇ ਨਿਸ਼ਾਨ ਅਤੇ ਚਮਤਕਾਰ ਦਿਖਾਉਣਗੇ ਅਤੇ ਉਹ ਲੋਕਾਂ ਨੂੰ ਕੁਰਾਹੇ ਪਾਉਣਗੇ। ਇੱਥੋਂ ਤੱਕ ਕਿ ਜੇਕਰ ਹੋ ਸਕੇ ਤਾਂ ਪਰਮੇਸ਼ਰ ਦੇ ਚੁਣੇ ਹੋਇਆਂ ਨੂੰ ਵੀ। ਯਾਦ ਰੱਖੋ, ਮੈਂ ਇਹ ਸਭ ਕੁਝ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਹੈ। ਸੋ ਜੇਕਰ ਲੋਕੀ ਤੁਹਾਨੂੰ ਕਹਿਣ, ਦੇਖੋ ਉਹ ਵੀਰਾਨੇ ਵਿੱਚ ਹੈ, ਤਾਂ ਉੱਥੇ ਨਾ ਜਾਣਾ। ਇਸ ਤਰ੍ਹਾਂ ਜੇਕਰ ਉਹ ਕਹਿਣ, ਦੇਖੋ ਉਹ ਗੁਪਤ ਥਾਂ ਤੇ ਹੈ, ਤਾਂ ਉਸ ਦਾ ਵੀ ਵਿਸ਼ਵਾਸ ਨਾ ਕਰਨਾ, ਕਿਉਂਕਿ ਜਿਸ ਤਰ੍ਹਾਂ ਬਿਜਲੀ ਆਕਾਸ਼ ਵਿੱਚ ਚੜ੍ਹਦੇ ਤੋਂ ਲਹਿੰਦੇ ਤੱਕ ਚਮਕਦੀ ਹੈ, ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦਾ ਆਉਣਾ ਵੀ ਹੋਵੇਗਾ। ਜਿੱਥੇ ਲੋਥ ਪਈ ਹੈ, ਉੱਥੇ ਹੀ ਗਿਰਜਾਂ ਇਕੱਠੀਆਂ ਹੋਣਗੀਆਂ। ਮਨੁੱਖ ਦੇ ਪੁੱਤਰ ਦਾ ਆਉਣਾ। ਉਹਨਾਂ ਦਿਨਾਂ ਵਿੱਚ ਇਸ ਵਿਪਤਾ ਦੇ ਤੁਰੰਤ ਪਿੱਛੋਂ ਸੂਰਜ ਹਨੇਰਾ ਹੋ ਜਾਵੇਗਾ, ਚੰਦ ਆਪਣੀ ਲੌ ਨਹੀਂ ਦੇਵੇਗਾ ਅਤੇ ਆਕਾਸ਼ ਦੀਆਂ ਸਭ ਸ਼ਕਤੀਆਂ ਹਿਲਾ ਦਿੱਤੀਆਂ ਜਾਣਗੀਆਂ। ਫਿਰ ਮਨੁੱਖ ਦੇ ਪੁੱਤਰ ਦਾ ਨਿਸ਼ਾਨ ਆਕਾਸ਼ ਵਿੱਚ ਪ੍ਰਗਟ ਹੋਵੇਗਾ। ਉਸ ਸਮੇਂ ਧਰਤੀ ਦੀਆਂ ਸਭ ਕੌਮਾਂ ਆਪਣੀ ਛਾਤੀ ਪਿੱਟਣਗੀਆਂ ਅਤੇ ਇਸ ਦੇ ਪਿੱਛੋਂ ਉਹ ਮਨੁੱਖ ਦੇ ਪੁੱਤਰ ਨੂੰ ਵੱਡੀ ਸ਼ਕਤੀ ਅਤੇ ਮਹਿਮਾ ਨਾਲ ਬਦਲਾਂ ਉੱਤੇ ਆਉਂਦੇ ਦੇਖਣਗੀਆਂ। ਫਿਰ ਉਹ ਨਰਸਿੰਘੇ ਦੀ ਆਵਾਜ਼ ਨਾਲ ਆਪਣੇ ਸਵਰਗਦੂਤਾਂ ਨੂੰ ਘੱਲੇਗਾ ਅਤੇ ਉਹ ਉਸ ਦੇ ਚੁਣਿਆ ਹੋਇਆਂ ਨੂੰ ਧਰਤੀ ਦੇ ਇੱਕ ਪਾਸੇ ਤੋਂ ਲੈ ਕੇ ਆਕਾਸ਼ ਦੇ ਦੂਜੇ ਪਾਸੇ ਤੱਕ ਚੋਹਿਆਂ ਪਾਸਿਆਂ ਤੋਂ ਇਕੱਠਾ ਕਰਨਗੇ। ਅੰਜੀਰ ਦੇ ਰੁੱਖ ਤੋਂ ਸਿੱਖਿਆ। ਅੰਜੀਰ ਦੇ ਰੁੱਖ ਤੋਂ ਸਿੱਖਿਆ ਲਓ। ਜਦੋਂ ਤੱਕ ਉਸ ਦੀਆਂ ਟਹਿਣੀਆਂ ਨਰਮ ਹੋ ਜਾਂਦੀਆਂ ਹਨ ਅਤੇ ਉਹਨਾਂ ਨੂੰ ਪੱਤੇ ਲੱਗਣੇ ਸ਼ੁਰੂ ਹੋ ਜਾਂਦੇ ਹਨ, ਤਾਂ ਤੁਸੀਂ ਸਮਝ ਜਾਂਦੇ ਹੋ ਕਿ ਗਰਮੀ ਦੀ ਰੁੱਤ ਨੇੜੇ ਹੈ। ਇਸੇ ਤਰ੍ਹਾਂ ਜਦੋਂ ਤੁਸੀਂ ਇਹ ਸਭ ਗੱਲਾਂ ਹੁੰਦੀਆਂ ਦੇਖੋ ਤਾਂ ਸਮਝ ਲੈਣਾ ਕਿ ਉਹ ਨੇੜੇ ਹੈ, ਸਗੋਂ ਬੂਹੇ ਉੱਤੇ ਹੈ। ਸੱਚ ਜਾਣੋ, ਇਸ ਪੀੜ੍ਹੀ ਦੇ ਲੋਕਾਂ ਦੇ ਖਤਮ ਹੋਣ ਤੋਂ ਪਹਿਲਾਂ ਇਹ ਗੱਲਾਂ ਪੂਰੀਆਂ ਹੋ ਜਾਣਗੀਆਂ। ਆਕਾਸ਼ ਅਤੇ ਧਰਤੀ ਬੇਸ਼ੱਕ ਟਲ ਜਾਣ, ਪਰ ਮੇਰੇ ਕਹੇ ਹੋਏ ਵਚਨ ਕਦੇ ਵੀ ਨਹੀਂ ਟਲਣਗੇ। ਉਸ ਦਿਨ ਅਤੇ ਘੜੀ ਨੂੰ ਕੋਈ ਨਹੀਂ ਜਾਣਦਾ, ਨਾ ਸਵਰਗਦੂਤ ਅਤੇ ਨਾ ਪੁੱਤਰ, ਸਵਾਏ ਪਿਤਾ ਇਕੱਲੇ ਦੇ। ਬਿਲਕੁਲ ਜਿਸ ਤਰ੍ਹਾਂ ਨੂਹ ਦੇ ਦਿਨਾਂ ਵਿੱਚ ਹੋਇਆ, ਉਸੇ ਤਰ੍ਹਾਂ
ਮਨੁੱਖ ਦੇ ਪੁੱਤਰ ਦਾ ਦੂਜੀ ਵਾਰ ਆਉਣਾ ਹੋਵੇਗਾ। ਲੋਕੀ ਉਹਨਾਂ ਦਿਨਾਂ ਵਿੱਚ ਅਰਥਾਤ ਹੜ੍ਹ ਆਉਣ ਤੋਂ ਪਹਿਲਾਂ ਤੱਕ ਖਾਂਦੇ ਪੀਂਦੇ ਅਤੇ ਵਿਆਹ ਕਰਦੇ ਕਰਵਾਉਂਦੇ ਰਹੇ। ਇਹ ਸਭ ਨੂਹ ਦੇ ਬੇੜੀ ਵਿੱਚ ਚੜਨ ਵਾਲੇ ਦਿਨ ਤੱਕ ਹੁੰਦਾ ਰਿਹਾ। ਲੋਕੀ ਹੜ੍ਹ ਦੇ ਸਮੇਂ ਤੱਕ ਕੁਝ ਨਹੀਂ ਜਾਣਦੇ ਸਨ, ਜੋ ਆਇਆ ਅਤੇ ਸਭ ਨੂੰ ਰੋੜ ਕੇ ਲੈ ਗਿਆ। ਇਸੇ ਤਰ੍ਹਾਂ ਮਨੁੱਖ ਦੇ ਪੁੱਤਰ ਦਾ ਦੂਜੀ ਵਾਰ ਆਉਣਾ ਵੀ ਹੋਵੇਗਾ। ਉਸ ਸਮੇਂ ਪੈਲੀ ਵਿੱਚ 2 ਆਦਮੀ ਕੰਮ ਕਰ ਰਹੇ ਹੋਣਗੇ। ਉਹਨਾਂ ਵਿੱਚੋਂ ਇੱਕ ਲੈ ਲਿਆ ਜਾਵੇਗਾ ਅਤੇ ਦੂਜਾ ਛੱਡ ਦਿੱਤਾ ਜਾਵੇਗਾ। 2 ਔਰਤਾਂ ਚੱਕੀ ਪੀਂਦੀਆਂ ਹੋਣਗੀਆਂ। ਉਹਨਾਂ ਵਿੱਚੋਂ ਇੱਕ ਲੈ ਲਈ ਜਾਵੇਗੀ ਅਤੇ ਦੂਜੀ ਛੱਡ ਦਿੱਤੀ ਜਾਵੇਗੀ। ਸਾਵਧਾਨ ਰਹੋ, ਕਿਉਂਕਿ ਤੁਸੀਂ ਨਹੀਂ ਜਾਣਦੇ ਹੋ ਕਿ ਤੁਹਾਡਾ ਪ੍ਰਭੂ ਕਿਸ ਦਿਨ ਆਵੇਗਾ। ਸੋ ਯਾਦ ਰੱਖੋ, ਜੇਕਰ ਘਰ ਦਾ ਮਾਲਕ ਜਾਣਦਾ ਹੁੰਦਾ ਕਿ ਕਿਸ ਪਹਿਰ ਚੋਰ ਆ ਰਿਹਾ ਹੈ ਤਾਂ ਉਹ ਜਾਗਦਾ ਰਹਿੰਦਾ ਅਤੇ ਆਪਣੇ ਘਰ ਸੰਨ ਨਾ ਲੱਗਣ ਦਿੰਦਾ। ਇਸ ਲਈ ਤੁਸੀਂ ਵੀ ਤਿਆਰ ਰਹੋ, ਕਿਉਂਕਿ ਮਨੁੱਖ ਦਾ ਪੁੱਤਰ ਉਸੇ ਘੜੀ ਆ ਰਿਹਾ ਹੈ ਜਿਸ ਬਾਰੇ ਤੁਸੀਂ ਸੋਚਦੇ ਵੀ ਨਹੀਂ ਹੋ। ਈਮਾਨਦਾਰ ਜਾਂ ਬੇਈਮਾਨ ਸੇਵਾਦਾਰ। ਈਮਾਨਦਾਰ ਅਤੇ ਸਮਝਦਾਰ ਸੇਵਾਦਾਰ ਕੌਣ ਹੈ? ਉਹ ਉਸ ਨੌਕਰ ਵਰਗਾ ਹੈ ਜਿਸ ਨੂੰ ਮਾਲਕ ਆਪਣੇ ਘਰ ਦਾ ਕਾਰੋਬਾਰ ਚਲਾਉਣ ਅਤੇ ਦੂਜਿਆਂ ਨੌਕਰਾਂ ਨੂੰ ਠੀਕ ਸਮੇਂ ਉੱਤੇ ਭੋਜਨ ਦੇਣ ਦੇ ਲਈ ਠਹਿਰਾਏ। ਧਨ ਹੈ ਉਹ ਨੌਕਰ ਜਿਸ ਨੂੰ ਉਸ ਦਾ ਮਾਲਕ ਆਪਣੇ ਮੁੜਨ ਉੱਤੇ ਇਸ ਤਰ੍ਹਾਂ ਠੀਕ ਕਰਦਾ ਦੇਖੇ। ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਮਾਲਕ ਉਸ ਨੌਕਰ ਨੂੰ ਆਪਣੇ ਸਾਰੇ ਘਰ-ਬਾਰ ਦਾ ਮੁਖਤਾਰ ਬਣਾਵੇਗਾ। ਪਰ ਜੇਕਰ ਉਹ ਭੈੜਾ ਨੌਕਰ ਹੈ ਅਤੇ ਆਪਣੇ ਮਨ ਵਿੱਚ ਇਸ ਤਰ੍ਹਾਂ ਸੋਚੇ, ਮੇਰਾ ਮਾਲਕ ਅਜੇ ਕੁਝ ਦਿਨਾਂ ਤੱਕ ਨਹੀਂ ਆਵੇਗਾ, ਅਤੇ ਉਹ ਆਪਣੇ ਸਾਥੀ ਨੌਕਰਾਂ ਨੂੰ ਮਾਰਨਾ ਸ਼ੁਰੂ ਕਰੇ ਅਤੇ ਆਪਣੇ ਸ਼ਰਾਬੀ ਕਬਾਬੀ ਮਿੱਤਰਾਂ ਨਾਲ ਖਾਏ ਪੀਏ, ਤਾਂ ਉਸ ਦਾ ਮਾਲਿਕ ਇਹੋ ਜਿਹੇ ਦਿਨ ਮੁੜ ਆਵੇਗਾ ਜਿਸ ਦੇ ਬਾਰੇ ਉਸਨੇ ਸੋਚਿਆ ਵੀ ਨਹੀਂ, ਅਤੇ ਉਸ ਘੜੀ ਜਿਸ ਬਾਰੇ ਉਹ ਕੁਝ ਜਾਣਦਾ ਵੀ ਨਹੀਂ। ਮਾਲਕ ਉਸ ਨੌਕਰ ਦੇ ਟੁਕੜੇ ਟੁਕੜੇ ਕਰ ਦੇਵੇਗਾ। ਉਹ ਉਸ ਨੂੰ ਉਹ ਸਜ਼ਾ ਦੇਵੇਗਾ ਜੋ ਪਖੰਡੀਆਂ ਨੂੰ ਮਿਲਦੀ ਹੈ। ਉੱਥੇ ਰੋਣਾ ਅਤੇ ਦੰਦਾਂ ਦਾ ਪੀਣਾ ਹੋਵੇਗਾ।